ਬਾਬੂਸ਼ਾਹੀ ਦੇਖ ਰਹੇ ਹੋ ਤੁਸੀਂ। ਅੱਜ ਦੀ ਜਿਹੜੀ ਵੱਡੀ ਖਬਰ ਹੈਗੀ ਹੈ, ਡਾਕਟਰ ਵਿਜੇ ਸਿੰਗਲਾ ਕੈਬਨਿਟ ਮਿਨਿਸਟਰ ਸੀਗੇ, ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ। ਕਰਪਸ਼ਨ ਦੇ ਚਾਰजेस ਲੱਗੇ ਨੇ, ਅਰੈਸਟ ਕਰ ਲਿਆ ਗਿਆ ਤੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਬੁਲਾਰੇ ਦੇ ਰਿਐਕਸ਼ਨ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪਾਰਟੀ 'ਚ ਇਸ ਵਕਤ ਕਿਸ ਤਰੀਕੇ ਦਾ ਮਾਹੌਲ ਹੈ। ਸਾਡੇ ਨਾਲ ਰਮਨ ਚਾਂਦੀ ਜੀ ਨੇ, ਪਾਰਟੀ ਦੇ ਸਪੋਕਸਪਰਸਨ ਨੇ। ਰਮਨ ਜੀ, ਕਿਵੇਂ ਦੇਖਦੇ ਹੋ ਜੋ ਪਹਿਲਾਂ ਰਵਾਇਤੀ ਪਾਰਟੀਆਂ ਹੁੰਦੀਆਂ ਸੀ, ਉਹਨਾਂ ਸਰਕਾਰਾਂ ਬਣਦੀਆਂ ਸੀ, ਜੋ ਇਲਜ਼ਾਮ ਲੱਗਦੇ ਸੀਗੇ ਕਿ ਕਰਪਸ਼ਨ ਬੜੀ ਆਮ ਚੀਜ਼ ਹੈ, ਆਮ ਆਦਮੀ ਪਾਰਟੀ ਨੇ ਇਸੇ 'ਤੇ ਜ਼ੋਰ ਦਿੱਤਾ ਸੀਗਾ ਕਿ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਹੈ। 2 ਮਹੀਨਿਆਂ 'ਚ ਉਹੀ ਸਭ ਚੀਜ਼ਾਂ ਤੁਹਾਡੀ ਸਰਕਾਰ 'ਚ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪਿਛਲੀਆਂ ਸਰਕਾਰਾਂ 'ਚ ਦੇਖਣਾ, ਝਾਤ ਮਾਰਨੀ ਪਏਗੀ ਕਿ ਪਿਛਲੀਆਂ ਸਰਕਾਰਾਂ ਵੇਲੇ ਮੀਡੀਆ ਨੇ ਵੀ ਬਲੇਮ ਲਾਏ ਕਿ ਇੱਥੇ ਕਰਪਸ਼ਨ ਹੈ, ਉੱਥੇ ਕਰਪਸ਼ਨ ਹੈ। ਪਾਰਟੀ ਦੇ ਲੀਡਰਾਂ ਨੇ ਵੀ, ਕਈਆਂ ਨੇ, ਜਦੋਂ ਧੜੇਬੰਦੀ ਉੱਭਰ ਕੇ ਆਉਂਦੀ ਹੈ ਤਾਂ ਉਸੇ ਸਮੇਂ ਇਹ ਚੀਜ਼ਾਂ ਉੱਭਰ ਕੇ ਆਉਂਦੀਆਂ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਜਾਂ ਇੱਕ ਦੂਜੇ 'ਤੇ ਕਾਰਵਾਈ ਲਈ। ਸੋ ਉਹ ਜਿਹੜੀਆਂ ਚੀਜ਼ਾਂ ਨੇ ਉਸੇ ਤਰ੍ਹਾਂ ਫਾਈਲਾਂ ਦੇ ਵਿੱਚ ਬੰਦ ਹੋ ਕੇ ਰਹਿ ਗਈਆਂ, ਜਿੰਦਰਾ ਲਾ ਕੇ ਰਹਿ ਗਈਆਂ। ਪਿਛਲੀਆਂ ਸਰਕਾਰਾਂ ਨੇ ਕਿਸੇ ਵੀ ਆਪਣੇ ਵਿਧਾਇਕ ਤੇ, ਕਿਸੇ ਵੀ ਆਪਣੇ ਮੌਜੂਦਾ ਮੰਤਰੀ ਤੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਭ੍ਰਿਸ਼ਟਾਚਾਰ ਨੂੰ ਸਗੋਂ ਬੜਾਵਾ ਦਿੱਤਾ ਹੈ। ਹੁਣ ਮੁੱਦਾ ਇਹ ਹੈ ਕਿ ਆਮ ਆਦਮੀ ਪਾਰਟੀ, ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਪੰਜਾਬ ਦੀ ਜਨਤਾ ਨੂੰ ਜਵਾਬਦੇਹ ਨੇ, ਕਿਉਂਕਿ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਲਈ ਉੱਭਰ ਕੇ ਆਈ ਹੈ। ਪੰਜਾਬ ਦੀ ਜਨਤਾ ਨੂੰ ਜਵਾਬਦੇਹ ਆ ਕਿ ਪੰਜਾਬ ਦੀ ਜਨਤਾ ਲਈ ਅਸੀਂ 5 ਸਾਲ ਦੇ ਵਿੱਚ ਕੀ ਕੁਝ ਕਰਕੇ ਜਾਣਾ ਹੈ। ਉਸੇ ਮੱਦੇ ਨਜ਼ਰ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਭ੍ਰਿਸ਼ਟਾਚਾਰ ਆ ਜਿਹੜਾ 1% ਮਨਜ਼ੂਰ ਨਹੀਂ। ਰਮਨ ਜੀ, ਹੈਲਥ ਡਿਪਾਰਟਮੈਂਟ ਸੀ ਸਿੰਗਲਾ ਜੀ ਦੇ ਕੋਲੇ ਤੇ ਬੜਾ ਇੱਕ ਇੰਪੋਰਟੈਂਟ ਪੋਰਟਫੋਲੀਓ ਸੀਗਾ। ਬਹੁਤ ਲੋਕਾਂ ਦਾ ਜਿਹੜਾ ਭਵਿੱਖ ਹੈ ਉਹ ਜੁੜਿਆ ਹੁੰਦਾ ਹੈ ਤੇ 1% ਕਮਿਸ਼ਨ ਜਿਹੜਾ ਮੰਗਣ ਦੇ ਉਹਨਾਂ ਤੇ ਐਲੀਗੇਸ਼ਨਸ ਲੱਗ ਰਹੇ ਨੇ। ਤੁਸੀਂ ਕੀ ਸਮਝਦੇ ਹੋ, ਜੇ ਕਿਤੇ ਇਸ ਚੀਜ਼ ਦੀ ਜਿਹੜੀ ਹੈ ਘੋਖ ਪੜਤਾਲ ਨਾ ਕੀਤੀ ਜਾਂਦੀ ਸਮੇਂ ਸਿਰ ਤਾਂ ਕੀ ਕੌਨਸੀਕੁਐਂਸਿਸ ਹੋ ਸਕਦੇ ਸੀ? ਦੇਖੋ, ਇਹ 'ਚ ਕੋਈ ਸ਼ੱਕ ਨਹੀਂ ਕਿ ਹੈਲਥ ਡਿਪਾਰਟਮੈਂਟ ਹੈ ਜਿਹੜਾ ਇੱਕ ਬਹੁਤ ਵੱਡਾ ਡਿਪਾਰਟਮੈਂਟ ਹੈ, ਕਿਉਂਕਿ ਪੰਜਾਬ ਦੀ ਜਨਤਾ ਦੇ ਸਿਹਤ ਦੇ ਮਾਮਲਿਆਂ ਨਾਲ ਜੁੜਿਆ ਹੋਇਆ ਇਹ ਡਿਪਾਰਟਮੈਂਟ ਹੈ। ਪਿਛਲੀਆਂ ਸਰਕਾਰਾਂ ਵੇਲੇ ਇਸ ਡਿਪਾਰਟਮੈਂਟ ਦੇ ਅਧੀਨ ਜਿੰਨੇ ਵੀ ਟੈਂਡਰ ਲੱਗਦੇ ਨੇ, ਵੈਸੇ ਤਾਂ ਕਿਸੇ ਵੀ ਡਿਪਾਰਟਮੈਂਟ ਦੇ ਹੋਣ, ਸਾਰੇ ਇਹ ਉਸੇ ਤਰਜ਼ ਤੇ ਲੱਗਦੇ ਰਹੇ ਨੇ। ਚੰਡੀਗੜ੍ਹੋਂ 1 ਰੁਪਿਆ ਜੇ ਚੱਲਦਾ ਸੀ ਤਾਂ ਮੰਨ ਲਓ 100 ਕਿਲੋਮੀਟਰ ਦੇ ਪਿੰਡ ਤੇ ਜਾ ਕੇ ਫਿਜ਼ੀਕਲੀ ਲੱਗਣਾ ਹੋਵੇ ਤਾਂ ਉੱਥੇ ਜਾ ਕੇ 20 ਤੋਂ 25 ਪੈਸੇ ਰਹਿ ਜਾਂਦੇ ਸੀ। ਤਾਂ ਉਹ ਜਿਹੜੇ 20-25 ਪੈਸੇ ਵੀ ਨੇ ਤਾਂ ਸਾਲ 2 ਸਾਲ ਬਾਅਦ ਉਹ ਵੀ ਡਿਮੋਲਿਸ਼ ਹੋ ਜਾਂਦੇ ਸੀਗੇ, ਨਹੀਂ ਲੱਭ ਰਹੇ ਸੀਗੇ ਕਿੱਥੇ ਕੀ ਵਿਕਾਸ ਹੋਇਆ। ਸੋ ਵਿਕਾਸ ਨਾਲ ਜੁੜਿਆ ਹੋਇਆ ਮਸਲਾ ਸੀ। ਨੰਬਰ 2, ਦਵਾਈਆਂ, ਕਿਉਂਕਿ ਦਵਾਈਆਂ ਦੇ ਵੀ ਜਦੋਂ ਵੱਡੇ ਵੱਡੇ ਟੈਂਡਰ ਪੈਂਦੇ ਨੇ, ਕਰੋੜਾਂ ਰੁਪਈਆਂ ਦੀਆਂ ਦਵਾਈਆਂ ਜਿਹੜੀਆਂ ਪੰਜਾਬ ਦੇ ਸਿਹਤ ਡਿਪਾਰਟਮੈਂਟ ਨੂੰ, ਸਾਡੇ ਹਸਪਤਾਲਾਂ ਨੂੰ, ਸਾਡੀਆਂ ਡਿਸਪੈਂਸਰੀਆਂ ਨੂੰ ਜਾਂਦੀਆਂ ਨੇ, ਉਹ ਸਾਰਾ ਕੁਝ ਮੰਤਰੀ ਸਾਹਿਬ ਦੇ ਰਾਹੀਂ ਹੋ ਕੇ ਜਾਣਾ ਹੈ। ਤਾਂ 1% ਜੇ ਲਾਈਏ, ਦੇਖੋ ਕਿੰਨਾ ਬਜਟ ਹੈ। ਕਈ 100 ਕਰੋੜ ਰੁਪਏ ਦਾ ਜਦ ਬਜਟ ਹੋ ਜਾਂਦਾ ਤਾਂ 1% ਦੇ ਹਿਸਾਬ ਨਾਲ ਕਿੰਨਾ ਪੈਸਾ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ, ਇਹ ਪੰਜਾਬ ਦੇ ਜਨਤਾ ਦੀ ਲੁੱਟ ਹੋ ਰਹੀ ਸੀ। ਇਹ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਲੁੱਟ ਨਹੀਂ, ਪੰਜਾਬ ਦੀ ਜਨਤਾ ਦਾ ਹੀ ਪੈਸਾ ਰੋਟੇਟ ਹੋ ਕੇ ਪੰਜਾਬ ਦੀ ਜਨਤਾ ਨੂੰ ਹੀ ਦੇਣਾ ਹੁੰਦਾ ਹੈ। ਇਹ ਸਾਰਾ ਕੁਝ ਮਾਨ ਸਾਹਿਬ ਨੇ ਜਿਹੜੀ ਅੱਜ ਇੱਛਾ ਸ਼ਕਤੀ ਮਾਨ ਸਾਹਿਬ ਨੇ ਦਿਖਾਈ ਹੈ, ਮੈਨੂੰ ਪਹਿਲਾਂ ਨਹੀਂ ਕਦੇ ਵੀ ਦੇਖੀ ਵੀ ਕਿਸੇ ਸਰਕਾਰ ਦੇ, ਚਾਹੇ ਉਹ ਅਕਾਲੀ ਦਲ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ, ਕਿਸੇ ਮੁੱਖ ਮੰਤਰੀ ਨੇ ਐਡਾ ਜਿਗਰਾ ਦਿਖਾਇਆ ਹੋਵੇ ਕਿ ਆਪਣੇ ਹੀ ਮੰਤਰੀ ਤੇ, ਉਹ ਵੀ ਸਿਰਫ 2 ਮਹੀਨਿਆਂ ਦੇ ਅੰਦਰ। ਸੋ ਵਧਾਈ ਦੇ ਪਾਤਰ ਨੇ ਮਾਨ ਸਾਹਿਬ। ਔਰ ਪੰਜਾਬ ਦੀ ਜਨਤਾ, ਦੇਖੋ 4 ਘੰਟੇ ਹੋ ਗਏ ਮੈਨੂੰ ਇਹ ਸਾਰਾ ਕੁਝ ਦੇਖਦਿਆਂ, ਪੰਜਾਬ ਦੀ ਜਨਤਾ ਨੇ ਜਿੰਨੀ ਵਾਹ ਜਿੰਨੀ ਸ਼ਾਬਾਸ਼ ਸਾਡੇ ਮਾਨ ਸਾਹਿਬ ਨੂੰ ਦਿੱਤੀ ਹੈ, ਔਰ ਮੈਂ ਨਹੀਂ ਦੇਖਿਆ ਕਿ ਕਿਸੇ ਮੁੱਖ ਮੰਤਰੀ ਨੂੰ ਮਿਲੀ ਹੋਵੇ। ਰਮਨ ਜੀ, ਪਰ 2 ਮਹੀਨੇ ਹੋਏ ਨੇ ਸਰਕਾਰ ਨੂੰ ਤੇ ਜਿਹੜੀ ਟੀਮ ਸੀ ਭਗਵੰਤ ਮਾਨ ਦੀ ਕੈਬਨਿਟ ਦੀ, ਉਹਨਾਂ ਵਿੱਚੋਂ ਇੱਕ ਵਿਕਟ ਡਿੱਗ ਵੀ ਪਈ ਹੈ ਤੇ ਕਾਰਜਕਾਲ ਦੇ ਵਿੱਚ ਲੱਗਦਾ ਨਹੀਂ ਅੜਚਨ ਆਊਗੀ। ਜਿਹੜਾ ਫਲੋ ਬਣਿਆ ਹੋਇਆ ਸੀ, ਸਰਕਾਰ ਅਜੇ ਚੱਲਣੀ ਸ਼ੁਰੂ ਹੋਈ ਸੀਗੀ, ਸੋ ਉਹਦਾ ਪ੍ਰਭਾਵ ਕਿੰਨਾ ਕੁ ਪੈ ਸਕਦਾ ਜੀ? ਦੇਖੋ, ਇਹਦੇ 'ਚ ਕੋਈ ਪ੍ਰਭਾਵ ਨਹੀਂ, ਕਾਰਜਕਾਲ ਦੇ ਵਿੱਚ ਵੀ ਕੋਈ ਦਿੱਕਤ ਨਹੀਂ, ਕਿਉਂਕਿ ਜੇਕਰ ਭ੍ਰਿਸ਼ਟਾਚਾਰ ਇਸੇ ਤਰ੍ਹਾਂ ਹੀ ਸਲੋ ਐਂਡ ਸਟੱਡੀ ਚੱਲਦਾ ਰਹਿੰਦਾ ਤਾਂ ਇਹ ਬਹੁਤ ਵੱਡਾ ਉਭਾਰ ਬਣ ਕੇ ਨਿਕਲਣਾ ਸੀ।
ਉਸ ਸਮੇਂ ਫਿਰ ਇਹਨੂੰ ਕੰਟਰੋਲ ਕਰਨਾ ਔਖਾ ਹੋ ਜਾਣਾ ਸੀ। ਸੋ ਇਹ ਪਾਰਟੀ ਦੇ ਸਾਡੇ ਮਾਣਯੋਗ ਮੌਜੂਦਾ ਵਿਧਾਇਕਾਂ ਨੂੰ ਵੀ ਸੰਦੇਸ਼ ਹੈ, ਸਾਡੇ ਮਾਣਯੋਗ ਮੰਤਰੀ ਸਹਿਬਾਨਾਂ ਨੂੰ ਵੀ ਸੰਦੇਸ਼ ਹੈ, ਔਰ ਉਹਦੇ ਨਾਲ ਨਾਲ ਪੰਜਾਬ ਦੀ ਜਿੰਨੀ ਵੀ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਨੇ ਨੀਚਿਓਂ ਲੈ ਕੇ ਉੱਪਰ ਤੱਕ, ਉਹਨਾਂ ਨੂੰ ਵੀ ਸੰਦੇਸ਼ ਹੈ ਕਿ ਮਾਨ ਸਾਹਿਬ ਭ੍ਰਿਸ਼ਟਾਚਾਰ ਬਿਲਕੁਲ ਵੀ ਪਸੰਦ ਨਹੀਂ ਕਰਨਗੇ। ਜੇਕਰ ਤੁਸੀਂ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਨਕਸ਼ੇ ਕਦਮ ਤੇ ਕੁਝ ਸੋਚ ਵੀ ਰਹੇ ਹੋ ਤਾਂ ਅੱਜ ਤੋਂ ਹੀ ਇਹ ਬੰਦ ਕਰ ਦਿਓ, ਨਹੀਂ ਤਾਂ ਕਾਰਵਾਈ ਤੁਹਾਡੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਭਵ ਹੈ। ਜਿਹੜਾ ਹੈਲਥ ਡਿਪਾਰਟਮੈਂਟ ਹੈ ਜੀ, ਇਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਘੁਟਾਲੇ ਨੇ ਸਾਹਮਣੇ ਆਉਂਦੇ ਨੇ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਬਲਬੀਰ ਸਿੱਧੂ ਕੋਲੇ ਮਹਿਕਮਾ ਸੀ, ਉਦੋਂ ਵੈਕਸੀਨ ਘੁਟਾਲਾ ਸਾਹਮਣੇ ਆਇਆ। ਹੁਣ ਤੁਹਾਡੇ ਮੰਤਰੀ ਦੇ ਕਰਪਸ਼ਨ ਦਾ ਮਾਮਲਾ ਸਾਹਮਣੇ ਆਇਆ। ਪਹਿਲਾਂ ਵੀ ਇਸ ਤਰੀਕੇ ਦੇ ਆਉਂਦੇ ਰਹਿੰਦੇ ਨੇ। ਸੋ ਜੇ ਇਸ ਤਰੀਕੇ ਦੇ ਨਾਲ ਹੈਲਥ ਡਿਪਾਰਟਮੈਂਟ ਦੇ ਵਿੱਚ ਘੁਟਾਲੇ ਕੀਤੇ ਜਾਂਦੇ ਨੇ, ਬਹੁਤ ਸਾਰੇ ਮੰਤਰੀਆਂ ਦਾ ਨਾਮ ਆ ਰਿਹਾ ਹੈ, ਸੋ ਹੁਣ ਫਿਊਚਰ ਦੇ ਵਿੱਚ ਇਹ ਪੋਰਟਫੋਲੀਓ ਕਿਹਨੂੰ ਦਿੱਤਾ ਜਾਊਗਾ? ਬੜੀ ਵੱਡੀ ਜ਼ਿੰਮੇਵਾਰੀ ਹੋਊਗੀ ਤੇ ਕਿਵੇਂ ਨਿਭਾ ਸਕਦੀ ਹੈ ਜੀ ਪਾਰਟੀ? ਦੇਖੋ ਇਹ ਜਿਹੜਾ ਸਿਹਤ ਮਹਿਕਮਾ ਹੈ, ਜਿਸ ਨੂੰ ਵੀ ਦਿੱਤਾ ਜਾਏਗਾ ਬੜੀ ਸੋਚ ਸਮਝ ਕੇ, ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ, ਪਾਰਟੀ ਦੇ ਅਧਿਕਾਰ ਖੇਤਰ 'ਚ ਹੈ। ਮਾਨ ਸਾਹਿਬ ਨੇ ਦੇਖਣਾ ਕਿ ਮੈਂ ਕਿਹਨਾਂ ਨੂੰ ਦੇਣਾ। ਨੰਬਰ 2, ਜੋ ਕੁਝ ਪਿਛਲੀਆਂ ਸਰਕਾਰਾਂ 'ਚ ਹੋਇਆ ਔਰ ਕਾਂਗਰਸ ਸਰਕਾਰ ਵੇਲੇ ਵੀ ਕਈ ਗੱਲਾਂ ਉੱਭਰ ਕੇ ਆਈਆਂ, ਜਿਵੇਂ ਤੁਸੀਂ ਦੱਸ ਰਹੇ ਹੋ, ਉਦੋਂ ਪਹਿਲਾਂ ਅਕਾਲੀ ਭਾਜਪਾ ਦੇ ਸਰਕਾਰ ਵੇਲੇ ਵੀ ਕਈ ਗੱਲਾਂ ਉੱਭਰ ਕੇ ਆਈਆਂ ਨੇ। ਥੋੜ੍ਹਾ ਜਿਹਾ ਸਮਾਂ ਤੁਸੀਂ ਰੁਕੋ। ਮਾਨ ਸਾਹਿਬ ਨੇ ਕੱਲੇ ਡਿਪਾਰਟਮੈਂਟ ਦੀ ਜਾਂਚ ਕਰਾਉਣੀ ਹੈ ਕਿ ਕਿੱਥੇ ਕਿੰਨਾ ਪੈਸਾ ਥਰੂ ਟੈਂਡਰ ਲੱਗਿਆ ਔਰ ਕਿੰਨਾ ਰਿਐਲਿਟੀ ਦੇ ਵਿੱਚ ਉੱਥੇ ਜਾ ਕੇ ਪਹੁੰਚਿਆ। ਸੋ ਸਾਰਾ ਕੁਝ ਹੈ, ਚਾਹੇ ਉਹ ਠੇਕੇਦਾਰ ਹੋਣ, ਕਿਉਂਕਿ ਠੇਕੇਦਾਰੀ ਸਿਸਟਮ ਹੈ ਜਿਹੜਾ ਪੰਜਾਬ ਦੇ ਅੰਦਰ, ਇਹ ਸਾਰਾ ਕੁਝ ਸਿੰਡੀਕੇਟ ਬਣਾ ਕੇ ਪਿਛਲੇ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਨਾਲ ਰਿਲੇਟਡ ਠੇਕੇਦਾਰ ਸੀ, ਚਾਹੇ ਉਹ ਕਾਰਪੋਰੇਸ਼ਨਾਂ ਦੇ ਅੰਦਰ ਹੋਣ, ਚਾਹੇ ਉਹ ਨਗਰ ਕੌਂਸਲਾਂ ਦੇ ਅੰਦਰ ਹੋਣ, ਚਾਹੇ ਉਹ ਵੱਡੇ ਡਿਪਾਰਟਮੈਂਟਾਂ ਦੇ ਅੰਦਰ ਹੋਣ, ਇਹ ਸਾਰਾ ਕੁਝ ਇੱਕ ਸਿੰਡੀਕੇਟ ਦੇ ਰੂਪ ਦੇ ਵਿੱਚ ਕਰਦੇ ਸੀ। ਜਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ ਤਾਂ ਕਾਂਗਰਸ ਨਾਲ ਰਿਲੇਟਡ ਸੀਗੇ ਉਹ ਬੀ ਟੀਮ ਬਣ ਜਾਂਦੇ ਸੀ। ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਅਕਾਲੀ ਭਾਜਪਾ ਦੇ ਰਿਲੇਟਡ ਉਹ ਬੀ ਟੀਮ ਬਣ ਜਾਂਦੇ ਸੀ। ਸੋ ਇਸੇ ਤਰ੍ਹਾਂ ਇਹ ਚੱਲਦਾ ਰਿਹਾ ਪੰਜਾਬ ਨੂੰ ਲੁੱਟਣ ਦੇ ਤਰੀਕੇ। ਸੋ ਇਹ ਸਾਰਾ ਕੁਝ ਮਾਨ ਸਾਹਿਬ ਨੇ ਬੰਦ ਕਰ ਦਿੱਤਾ ਔਰ ਉਹਨਾਂ ਦੀ ਵੀ ਆਉਣ ਵਾਲੇ ਸਮੇਂ 'ਚ ਜਾਂਚ ਹੋਏਗੀ। ਇਸ ਦਾ ਪ੍ਰਭਾਵ ਇੱਕ ਇਹ ਪੈਂਦਾ ਸੀ, ਜੇਕਰ ਸਾਡੇ ਪੰਜਾਬ ਦੀ ਨੌਜਵਾਨੀ, ਦੇਖੋ ਹੁਣ ਨੌਕਰੀ ਹਰੇਕ ਨੂੰ ਨਹੀਂ ਮਿਲ ਸਕਦੀ, ਪ੍ਰਾਈਵੇਟ ਸੈਕਟਰ 'ਚ ਵੀ ਕਈਆਂ ਨੇ ਜਾਣਾ ਹੁੰਦਾ ਪੜ੍ਹ ਲਿਖ ਕੇ, ਕਈ ਠੇਕੇਦਾਰੀ ਸਿਸਟਮ 'ਚ ਜਾਣਾ ਚਾਹੁੰਦੇ ਨੇ, ਹਰ ਇੱਕ ਦੀ ਆਪਣੀ ਇੱਛਾ ਸ਼ਕਤੀ ਹੁੰਦੀ ਹੈ। ਤਾਂ ਇਹ ਜਿਹੜਾ ਸਿੰਡੀਕੇਟ ਸੀ, ਇਹ ਨਵੇਂ ਯੂਥ ਨੂੰ, ਸਾਡੇ ਨੂੰ, ਜਾਂ ਨਵੇਂ ਪਰਿਵਾਰਾਂ ਨੂੰ ਮੌਕਾ ਹੀ ਨਹੀਂ ਸੀ ਦੇਣ ਦਿੰਦਾ। ਸੋ ਇਸ ਕਰਕੇ ਇਹਨਾਂ ਸਾਰਿਆਂ ਦੀ ਜਾਂਚ ਹੋਏਗੀ ਔਰ ਜੋ ਵੀ ਇਹਦੇ ਵਿੱਚ ਲਿਪਤ ਪਾਇਆ ਗਿਆ ਸਭ 'ਤੇ ਕਾਰਵਾਈ ਸੰਭਵ ਹੈ। ਜਦੋਂ ਇਨੀਸ਼ੀਅਲੀ ਕੈਬਨਿਟ ਬਣੀ ਸੀਗੀ ਜੀ, ਉਦੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੇ ਮੰਤਰੀ ਨਹੀਂ ਬਣਾਏ ਗਏ ਵਿਧਾਇਕ, ਉਹ ਨਾਰਾਜ਼ ਨੇ, ਨਾਰਾਜ਼ਗੀ ਹੋ ਚੁੱਕੀ ਹੈ। ਕਿਤੇ ਇਹ ਤਾਂ ਨਹੀਂ ਵੀ ਉਹਨਾਂ 'ਚੋਂ ਕਿਸੇ ਨੇ ਸ਼ਿਕਾਇਤ ਕੀਤੀ ਹੋਵੇ, ਕੋਈ ਆਪਣਾ ਜਿਹੜੀ ਫਰਸਟ੍ਰੇਸ਼ਨ ਕੱਢ ਲਈ ਹੋਵੇ ਜੀ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਦੇਖੋ ਠੀਕ ਹੈ, ਕਈ ਪਾਰਟੀ ਨਾਲ ਪੁਰਾਣੇ ਜੁੜੇ ਹੋਏ ਲੀਡਰ ਜਾਂ ਵਿਧਾਇਕ ਸਾਹਿਬਾਨ ਕਿਤੇ ਨਾ ਕਿਤੇ ਦਰਦ ਮਹਿਸੂਸ ਜ਼ਰੂਰ ਹੁੰਦਾ ਕਿ ਅਸੀਂ ਪਹਿਲਾਂ ਜੁੜੇ ਹੋਏ ਸੀ। ਇਹ ਸਾਰਾ ਕੁਝ ਦੇਖੋ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੁੰਦਾ ਜਾਂ ਮਾਨ ਸਾਹਿਬ ਨੇ ਸੋਚਣਾ। ਸੋ ਇਹ ਅਜਿਹੀ ਕੋਈ ਗੱਲ ਨਹੀਂ ਹੈ ਕਿ ਪਾਰਟੀ ਆਪਸ ਦੇ ਵਿੱਚ ਦੋ ਫਾੜ ਹੈ। ਇਸ ਤਰ੍ਹਾਂ ਦੀ ਪਾਰਟੀ ਬਿਲਕੁਲ ਇੱਕ ਪਲੇਟਫਾਰਮ ਤੇ ਇਕਜੁੱਟ ਹੈ। ਹਾਂ, ਜੋ ਕੁਝ ਵੀ ਹੈ, ਦੇਖੋ ਸਰਕਾਰਾਂ ਹੁੰਦੀਆਂ ਨੇ, ਸਰਕਾਰਾਂ ਕੋਲ ਏਜੰਸੀਆਂ ਹੁੰਦੀਆਂ ਨੇ, ਸਾਰਾ ਕੁਝ ਇਨਫੋਰਮੇਸ਼ਨ ਕੱਲੀ ਮੌਜੂਦਾ ਚੀਫ ਮਿਨਿਸਟਰ ਕੋਲ ਜਾਂਦੀ ਹੈ, ਪਹਿਲਾਂ ਵੀ ਚੀਫ ਮਿਨਿਸਟਰਾਂ ਕੋਲ ਜਾਂਦੀ ਹੈ। ਲੇਕਿਨ ਜਿਸ ਤਰ੍ਹਾਂ ਮੈਂ ਪਿੱਛੇ ਯਾਦ ਕਰਾ ਦੇਣਾ, ਕੈਪਟਨ ਸਾਹਿਬ ਜਦੋਂ ਪਾਰਟੀ ਤੋਂ ਵੱਖ ਹੋਏ ਨੇ ਤਾਂ ਉਹਨਾਂ ਨੇ ਮੀਡੀਆ ਦੇ ਰਾਹੀਂ ਇੱਕ ਗੱਲ ਕਹੀ ਸੀ ਕਿ ਮੇਰੇ ਕੋਲ ਫਾਈਲਾਂ ਤਿਆਰ ਨੇ ਕਿ ਮੌਜੂਦਾ ਪਾਰਟੀ ਦੇ ਕਿਹੜੇ ਵਿਧਾਇਕ ਔਰ ਕਿਹੜੇ ਮੰਤਰੀ ਭ੍ਰਿਸ਼ਟਾਚਾਰ 'ਚ ਲਿਪਤ ਨੇ ਔਰ ਕਿਹੜੇ 2 ਨੰਬਰ ਦਾ ਕੰਮ ਕਰਦੇ ਨੇ। ਤਾਂ ਕਿਉਂ ਨਹੀਂ ਉਹਨਾਂ ਨੇ ਉਜਾਗਰ ਕੀਤੀ? ਸੋ ਸਮਾਂ ਆਉਣ ਦਿਓ, ਆਮ ਆਦਮੀ ਪਾਰਟੀ ਉਹਨਾਂ ਨੂੰ ਬਾਹਰ ਕੱਢ ਕੇ ਲਿਆਏਗੀ ਕਿ ਇਹਨਾਂ ਨੇ ਕਿਵੇਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ। ਤੁਸੀਂ ਹੁਣ ਕੀ ਸੋਚਦੇ ਹੋ, ਜਿਹੜੀ ਵਿਧਾਇਕੀ ਹੈ ਮਾਨਸਾ ਤੋਂ ਜਿੱਤੇ ਨੇ ਵਿਜੇ ਸਿੰਗਲਾ ਜੀ, ਜਿਹੜੀ ਹੈ ਵਿਧਾਇਕੀ ਵੀ ਖੋਹ ਲੈਣੀ ਚਾਹੀਦੀ ਹੈ? ਤੁਹਾਡਾ ਪਾਰਟੀ ਦੇ ਸਪੋਕਸਪਰਸਨ ਹੋਣ ਦੇ ਨਾਂ 'ਤੇ ਕੀ ਮੰਗ ਰਹੂਗੀ? ਨਹੀਂ ਦੇਖੋ, ਜੇਕਰ ਉਹਨਾਂ ਨੇ ਇੰਨਾ ਵੱਡਾ ਭ੍ਰਿਸ਼ਟਾਚਾਰ ਨੂੰ ਕਰਨ ਲਈ ਸੋਚ ਬਣਾ ਲਈ, ਕਿਉਂਕਿ ਆਮ ਆਦਮੀ ਪਾਰਟੀ ਨੇ, ਮਾਨ ਸਾਹਿਬ ਨੇ ਉਹਨਾਂ ਨੂੰ ਇੱਕ ਇਮਾਨਦਾਰ ਲੀਡਰ, ਇਮਾਨਦਾਰ ਵਿਅਕਤੀ ਵਜੋਂ ਉਹਨਾਂ ਨੂੰ ਮੌਕਾ ਦਿੱਤਾ ਸੀ। ਇਹ ਮੌਕਾ ਕੋਈ ਛੋਟਾ ਨਹੀਂ ਹੁੰਦਾ। ਦੇਖੋ, ਇੱਕ ਸਧਾਰਨ ਪਰਿਵਾਰ ਦੇ ਵਿੱਚੋਂ ਇਲੈਕਸ਼ਨ ਲੜਾ ਕੇ MLA ਬਣਾ ਦੇਣਾ ਔਰ ਉਸ ਤੋਂ ਬਾਅਦ ਪਹਿਲੀ ਵਾਰ ਇਹ ਵਜ਼ਾਰਤ ਦੇ ਵਿੱਚ ਲਿਆਉਣਾ,
ਇੱਕ ਲੋਕ ਤਾਂ ਸੁਪਨਿਆਂ ਦੇ ਵਿੱਚ ਸੋਚਦੇ ਰਹਿੰਦੇ ਨੇ। 92 ਵਿਧਾਇਕ ਨੇ, ਹਰੇਕ ਦੀ ਆਪਣੀ ਇੱਛਾ ਹੁੰਦੀ ਹੈ ਕਿ ਮੈਂ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਹੋਵਾਂ। ਸਭ ਤੋਂ ਪਹਿਲਾਂ ਸਿੰਗਲਾ ਸਾਹਿਬ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ, ਪਰਖਣੀ ਚਾਹੀਦੀ ਸੀ ਕਿ ਮੈਂ ਕਿਹੜੇ ਰਸਤੇ ਨੂੰ ਤੁਰ ਪਿਆ। ਸੋ ਉਹਨਾਂ ਨੂੰ 20 ਵਾਰ ਸੋਚਣਾ ਚਾਹੀਦਾ ਸੀ ਭ੍ਰਿਸ਼ਟਾਚਾਰ ਕਮਿਸ਼ਨ ਕਰਨ ਤੋਂ ਪਹਿਲਾਂ। ਸੋ ਮਾਨ ਸਾਹਿਬ ਆਉਣ ਵਾਲੇ ਸਮੇਂ 'ਚ ਜਿਹਨੂੰ ਵੀ ਇਹ ਸੋਚ ਸਮਝ ਕੇ ਮਹਿਕਮਾ ਦੇਣਗੇ। ਔਰ ਇਹ ਪਹਿਲਾਂ ਹੀ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਸਾਡੇ ਕੌਮੀ ਕਨਵੀਨਰ ਮਾਨਯੋਗ ਸਰ ਅਰਵਿੰਦ ਕੇਜਰੀਵਾਲ ਜੀ ਨੇ ਵਜ਼ਾਰਤ ਦੇਣ ਤੋਂ ਪਹਿਲਾਂ 92 ਦੇ 92 ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ ਔਰ ਉਹਨਾਂ ਨੂੰ ਸਮਝਾਇਆ ਸੀ, ਉਹਨਾਂ ਨੂੰ ਆਪਣੀ ਇੱਛਾ ਜਤਾਈ ਸੀ ਕਿ ਮੈਂ ਕੀ ਚਾਹੁੰਦਾ, ਆਮ ਆਦਮੀ ਪਾਰਟੀ ਦਾ ਵਜੂਦ ਕੀ ਹੈ। ਸੋ ਜੇਕਰ ਫਿਰ ਵੀ ਇਹਨਾਂ ਨੇ ਨਹੀਂ ਸਮਝਿਆ ਤਾਂ ਹੁਣ ਉਹ ਆਪ ਭੁਗਤਣਗੇ। ਆਖਰੀ ਸਵਾਲ ਜੀ, ਹੁਣ ਕੀ ਲੱਗਦਾ ਹੈਗਾ ਓਵਰਆਲ ਕੀ ਇੰਪੈਕਟ ਪਊਗਾ ਜੋ ਕੁਝ ਵੀ ਹੋਇਆ, ਤੇ ਬਾਕੀ ਜਿਹੜੇ ਨੇ ਮੰਤਰੀ ਨੇ ਉਹਨਾਂ ਨੂੰ ਹੁਣ ਕਿਸ ਤਰੀਕੇ ਦੀ ਸੇਧ ਲੈਣੀ ਚਾਹੀਦੀ ਹੈ? ਦੇਖੋ, ਪ੍ਰਭਾਵ ਤਾਂ ਇਹਦਾ ਦੇਖੋ ਇੱਕ ਗੱਲ ਜ਼ਰੂਰ ਚੰਗੀ ਹੋਈ ਹੈ ਕਿ ਜਦੋਂ ਕੋਈ ਅਜਿਹੀ ਕਾਰਵਾਈ ਕੀਤੀ ਜਾਂਦੀ ਹੈ, ਚਾਹੇ ਕੋਈ ਵੀ ਸਰਕਾਰ ਹੁੰਦੀ, ਚਾਹੇ ਕਾਂਗਰਸ ਦੀ ਹੁੰਦੀ, ਚਾਹੇ ਉਹ ਕਰਦੀ, ਚਾਹੇ ਕੋਈ ਹੋਰ ਅਫਸਰ ਹੁੰਦਾ ਕੋਈ, ਪੰਜਾਬ ਦੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਗੱਲ ਤੋਂ ਸੇਧ ਲੈ ਲੈਣੀ ਚਾਹੀਦੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਭ੍ਰਿਸ਼ਟਾਚਾਰ ਬਿਲਕੁਲ ਨਹੀਂ ਚਾਹੁੰਦੀ ਔਰ ਸਾਡੇ ਵਿਧਾਇਕ ਸਾਹਿਬ, ਸਾਡੇ ਮਾਣਯੋਗ ਮੰਤਰੀ ਸਾਹਿਬਾਨ, ਕਿਸੇ ਤੇ ਕੋਈ ਬਲੇਮ ਨਹੀਂ, ਸਾਰੇ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਫਿਰ ਵੀ ਕਈ ਵਾਰ ਅਜਿਹਾ ਹੋ ਜਾਂਦਾ ਕਿ ਮੰਤਰੀ ਸਾਹਿਬਾਨਾਂ ਵਿਧਾਇਕਾਂ ਨਾਲ ਕਈ ਟੀਮਾਂ ਨੇ ਕੰਮ ਕਰਨਾ ਹੁੰਦਾ, ਕਈ ਵਾਰ ਉਹ ਅਜਿਹਾ ਸਟੈਪ ਚੁਕਾ ਦਿੰਦੇ ਨੇ। ਸੋ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਾਂਗਾ ਕਿ ਮਾਨ ਸਾਹਿਬ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਮੁੱਖ ਮੰਤਰੀ ਬਣੇ ਨੇ, ਆਪਣੀ ਵਜ਼ਾਰਤ ਦੇ ਹਿੱਤਾਂ ਲਈ ਮੁੱਖ ਮੰਤਰੀ ਨਹੀਂ ਬਣੇ। ਪਿਛਲੀਆਂ ਸਰਕਾਰਾਂ ਨੇ ਸਰਕਾਰਾਂ ਨੂੰ ਹੰਢਾਇਆ, ਆਮ ਆਦਮੀ ਪਾਰਟੀ ਕੰਮ ਕਰਨ ਦੀ ਨੀਅਤ ਨਾਲ ਪੰਜਾਬ ਦੇ ਵਿੱਚ ਵਰਕ ਕਰ ਰਹੀ ਹੈ ਔਰ ਕਰੇਗੀ। ਸ਼ੁਕਰੀਆ ਜੀ, ਬਹੁਤ ਬਹੁਤ ਗੱਲਬਾਤ ਕਰਨ ਲਈ। ਸੋ ਰਮਨ ਚਾਂਦੀ ਜੀ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਜਿਨ੍ਹਾਂ ਨੇ ਵਿਜੇ ਸਿੰਗਲਾ ਤੇ ਵੱਡਾ ਐਕਸ਼ਨ ਲਿਆ ਜਾਣਾ ਤੇ ਉਸ ਤੋਂ ਬਾਅਦ ਕੈਬਨਿਟ ਵਿੱਚੋਂ ਡਿਸਮਿਸ ਕਰ ਦਿੱਤੇ ਜਾਣ ਤੇ ਆਪਣੀ ਜਿਹੜੀ ਪ੍ਰਤੀਕਿਰਿਆ ਉਹ ਸਾਂਝੀ ਕੀਤੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ टाइम्स। हसीन वादियों के बीच एक शांत और सुंदर जिंदगी, एक ऐसी जगह जहां JLPL का वास्तविक सार है। सनार हिल्स बाय JLPL ग्रुप offers luxury independent villas. Only the hills fulfill. Call 9817703344.